ਏਕ ਓਂਕਾਰ सतनाम करता पुरख निरभव निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन धन गुरु ग्रंथ साहब जी महाराज, धन गुरु गोबिंद सिंह साहब सच्चे पातशाह। धन गुरु ग्रंथ साहब जी, धन धन गुरु ग्रंथ साहब जी। वाहिगुरु जी का खालसा, वाहिगुरु जी की फतेह। ਅਸੀਂ ਆਸਾ ਦੀ ਵਾਰ ਦੀ ਬਾਣੀ ਦੇ ਦਰਸ਼ਨ ਕਰ ਰਹੇ ਹਾਂ। ਇਸ ਬਾਣੀ ਦੇ ਦਰਸ਼ਨ ਕਰਦੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਝਲਕ ਪੈਂਦੀ ਹੈ। ਜੋ ਦਰਸ਼ਨ ਹਜ਼ੂਰ ਦੇ ਜੀਵਨ ਵਿੱਚ ਹਨ ਉਹ ਇਸ ਬਾਣੀ ਨਾਲ ਪ੍ਰਤੱਖ ਹੋ ਰਹੇ ਹਨ। ਇਹ ਸਾਨੂੰ ਗਿਆਨ ਦਿੰਦੀ ਹੈ ਕਿ ਗੁਰੂ ਦੀ ਦ੍ਰਿਸ਼ਟੀ ਔਰ ਮੇਰੀ ਦ੍ਰਿਸ਼ਟੀ ਵਿੱਚ ਕਿਤਨਾ ਭੇਦ ਹੈ। ਗੁਰੂ ਜੀਵਨ ਵਿੱਚ ਕੀ ਦੇਖ ਰਿਹਾ ਹੈ ਔਰ ਮੈਂ ਕੀ ਦੇਖ ਰਿਹਾ ਹਾਂ। ਮਹਾਰਾਜ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਨਾ ਮਿਲ ਸਕਦੀ ਹੈ ਕਿ ਇਹ ਜਿਹੜੀ ਦ੍ਰਿਸ਼ਟੀ ਹੈ ਇਸ ਵੱਲ ਅਸੀਂ ਵੀ ਟੁਰੀਏ, ਮੇਰਾ ਜੀਵਨ ਵੀ ਉਸ ਦ੍ਰਿਸ਼ਟੀ ਵੱਲ ਟੁਰੇ। ਕਨਫਿਊਜ਼ਨ ਤਾਂ ਖੜੀ ਹੁੰਦੀ ਹੈ, ਕਾਰਨ ਕਿਉਂਕਿ ਮੈਂ ਇਹਨਾਂ ਅੱਖਾਂ ਨਾਲ ਉਹ ਦ੍ਰਿਸ਼ਟੀ ਨਹੀਂ ਦੇਖ ਪਾਉਂਦਾ, ਉਹ ਦਰਸ਼ਨ ਨਹੀਂ ਦੇਖ ਪਾਉਂਦਾ ਜਿਹੜਾ ਸਾਹਿਬ ਇਸ ਬਾਣੀ ਵਿੱਚ ਪ੍ਰਤੱਖ ਕਰ ਰਹੇ ਹਨ। ਔਰ ਪਹਿਲੀ ਪੌੜੀ ਵਿੱਚ ਹਜ਼ੂਰ ਨੇ ਮੈਨੂੰ ਲੱਗਦਾ ਹੈ ਇਸ ਕੌਨਫਲਿਕਟ ਨੂੰ ਹਾਜ਼ਰ ਕਰ ਦਿੱਤਾ ਹੈ। ਜਦੋਂ ਮਹਾਰਾਜ ਨੇ ਕਿਹਾ ਹੈ ਕਿ ਮੈਂ ਔਰ ਮੇਰੇ ਮਨ ਦੀ ਜੋ ਅਵਸਥਾ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਮੈਂ ਆਪਣੇ ਮਨ ਨੂੰ ਸੁਚੇਤ ਜਾਣਦਾ ਹਾਂ ਔਰ ਗੁਰੂ ਵੱਲ ਮੇਰਾ ਮੁਖ ਨਹੀਂ ਹੈ। ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ। ਤੇ ਸਾਹਿਬ ਇਹ ਵੀ ਫਿਰ ਦੱਸਦੇ ਹਨ ਕਿ ਇਹ ਜਿਹੜੇ ਦਰਸ਼ਨ ਹਨ ਇਹ ਇਸ ਤਰ੍ਹਾਂ ਹਨ ਕਿ ਜਿਵੇਂ ਖੇਤ ਦੇ ਵਿੱਚ ਇੱਕ ਬੋੜ ਪੌਦਾ, ਬੇਕਾਰ ਪੌਦਾ ਜਿਸ ਨੂੰ ਫਲ ਨਹੀਂ ਲੱਗਣਾ, ਉਹ ਖੇਤ ਦੇ ਵਿੱਚ ਫਲੇਗਾ ਫੁੱਲੇਗਾ ਪਰ ਉਸ ਨੂੰ ਕਦੇ ਵੀ ਫਲ ਨਹੀਂ ਲੱਗਣਗੇ, ਉਸ ਨੂੰ ਕਦੇ ਨਿਰੰਕਾਰ ਦੇ ਵੱਲ ਦਰਸ਼ਨ ਨਹੀਂ ਹੋ ਪਾਉਣਗੇ, ਜੀਵਨ ਦਾ ਅਧਿਆਤਮ ਦਾ ਗਿਆਨ ਨਹੀਂ ਹੋ ਪਾਏਗਾ। ਜੀਵਨ ਕੀ ਹੈ ਅਸਲ ਰੁਖ ਵਿੱਚ ਉਹ ਭੇਦ ਨਹੀਂ ਖੁੱਲੇਗਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ। ਖੇਤੇ ਅੰਦਰ ਛੁੱਟੀਏ ਕਹੋ ਨਾਨਕ ਸੋਨਾ ਹੈ, ਫਲੀਏ ਫੁਲੀਏ ਬਪੁੜੇ ਪੀ ਤਨ ਵਿੱਚ ਸੁਆ। ਜੀਵਨ ਦੇ ਵਿੱਚ ਅਗਰ ਸਰੀਰ ਔਰ ਆਤਮਾ ਨੂੰ ਅਸੀਂ ਦੋ ਚੀਜ਼ਾਂ ਗਿਣੀਏ ਤਾਂ ਫਿਰ ਅਸੀਂ ਸਰੀਰ ਨੂੰ ਤਾਂ ਜੀਂਦੇ ਹਾਂ। ਤਾਂ ਮਹਾਰਾਜ ਸਾਨੂੰ ਇਹ ਦੱਸ ਰਹੇ ਹਨ ਕਿ ਤਨ ਜਦੋਂ ਸੁਆਹ ਹੋਏਗਾ ਤਾਂ ਇਹੋ ਜਿਹੇ ਲੋਕ, ਇਹੋ ਜਿਹੇ ਦਰਸ਼ਨਾਂ ਵਾਲੇ ਲੋਕ ਵੀ ਸੁਆਹ ਹੋ ਜਾਣਗੇ। ਜੀਵਨ ਦੇ ਤੱਤ ਗਿਆਨ ਦੀ ਕੁੰਜੀ ਸਾਹਿਬ ਸਿੱਖ ਨੂੰ ਪਕੜਾ ਰਹੇ ਹਨ। ਇਹਨਾਂ ਦਰਸ਼ਨਾਂ ਨਾਲ ਮੈਨੂੰ ਸਮਝ ਆ ਰਹੀ ਹੈ ਕਿ ਮੇਰੇ ਕੋਲ ਇਹ ਦਰਸ਼ਨ ਨਹੀਂ ਹਨ, ਮੇਰੇ ਕੋਲ ਇਹ ਦ੍ਰਿਸ਼ਟੀ ਨਹੀਂ ਹੈ, ਮੇਰੇ ਕੋਲ ਇਹ ਗਿਆਨ ਨਹੀਂ ਹੈ ਜਿਸ ਦਰਸ਼ਨਾਂ ਦੇ ਰਾਹੀਂ ਹਜ਼ੂਰ ਇਸ ਬਾਣੀ ਨੂੰ ਪ੍ਰਗਟ ਕਰ ਰਹੇ ਹਨ। ਮੈਂ ਦੁਐਤ ਵਿੱਚ ਰਹਿੰਦਾ ਹਾਂ, ਮੈਂ ਦੋ ਦੇਖਦਾ ਹਾਂ, ਆਪਣੇ ਆਪ ਨੂੰ ਦੇਖਦਾ ਹਾਂ ਔਰ ਜੋ ਬਣਿਆ ਹੈ, ਜੋ ਆਕਾਰ ਹੈ, ਫਾਰਮ ਹੈ, ਉਸ ਨੂੰ ਦੇਖਦਾ ਹਾਂ।
ਹਜੂਰ ਨੇ ਸੱਚ ਦੀ ਗੱਲ ਕਰਕੇ ਨਿਰੰਕਾਰ ਦੀ ਗੱਲ ਵੱਲ ਸਾਨੂੰ ਪ੍ਰੇਰਿਆ ਹੈ ਕਿ ਉਹ ਇਸ ਸਾਰੇ ਦ੍ਰਿਸ਼ਟੀ ਵਿੱਚ ਸੱਚਾ ਨਜ਼ਰ ਆਉਂਦਾ ਪਿਆ ਹੈ। ਉਹਦੀ ਸਾਰੀ ਕ੍ਰੀਏਸ਼ਨ ਵਿੱਚ ਸੱਚ ਦਿਖਦਾ ਹੈ। ਉਹ ਆਪ ਨਜ਼ਰ ਆ ਰਿਹਾ ਹੈ ਔਰ ਆਪ ਨਜ਼ਰ ਆ ਕੇ ਉਹ ਆਪਣੀ ਵਡਿਆਈ, ਉਹਦੀ ਵਡਿਆਈ ਦਿਖਦੀ ਹੈ, ਉਹਦੀ ਗ੍ਰੇਟਨੈਸ ਦਿਖਦੀ ਹੈ। ਜਿਵੇਂ ਕਿ ਜੀਵਨ ਦਾ ਸਿਨੋਪਸਿਸ, ਜੀਵਨ ਦਾ ਜੜ, ਜੀਵਨ ਦਾ ਮੂਲ ਅਰਥ ਨਿਰੰਕਾਰ ਦੇ ਦਰਸ਼ਨ ਵੱਲ ਹਜ਼ੂਰ ਸਾਨੂੰ ਪ੍ਰੇਰ ਰਹੇ ਹੋਣ। ਫਿਰ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਇਹ ਇਸ ਆਪਣੇ ਕ੍ਰੀਏਸ਼ਨ ਦੇ ਵਿੱਚ ਉਹ ਆਪ ਰਹਿੰਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਪਰ ਸਾਨੂੰ ਨਹੀਂ ਦਿਖਦਾ ਹੈ, ਮੈਨੂੰ ਨਹੀਂ ਦਿਖਦਾ ਹੈ, ਉਹਨਾਂ ਨੂੰ ਨਹੀਂ ਦਿਖਦਾ ਹੈ ਜਿਨ੍ਹਾਂ ਕੋਲ ਇਹ ਨਜ਼ਰ ਨਹੀਂ ਹੈ। ਮਹਾਰਾਜ ਕਹਿੰਦੇ ਹਨ, ਕੁਝ ਲੋਕਾਂ ਨੂੰ ਦਿਖਦਾ ਹੈ, ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਜੀਵਨ ਨੂੰ ਜੀ ਲੈਣਾ ਆਪਣੇ ਆਪ ਵਿੱਚ ਸਮਾਂ ਕੱਟਣ ਵਾਲੀ ਗੱਲ ਹੋ ਜਾਂਦੀ ਹੈ। ਇੱਕ ਜੀਵਨ ਸਰੀਰ ਮਿਲਿਆ ਔਰ ਮੈਂ ਉਸ ਨੂੰ ਜੀ ਲਿਆ, ਔਰ ਸਰੀਰ ਦੇ ਜਦੋਂ ਮਿਆਦ ਖਤਮ ਹੋਈ ਤਾਂ ਮੇਰਾ ਜੀਵਨ ਵੀ ਖਤਮ ਹੋ ਗਿਆ। ਪਰ ਹਜੂਰ ਕਹਿੰਦੇ ਹਨ ਕਿ ਜੀਵਨ ਵਿੱਚ ਕੁਝ ਹੋਰ ਹੈ, ਇਸ ਦਰਸ਼ਨ ਦੇ ਵਿੱਚ ਕੁਝ ਹੋਰ ਹੈ, ਇਸ ਦੇਖਣ ਦੇ ਵਿੱਚ ਕੁਝ ਹੋਰ ਹੈ, ਇਸ ਐਕਸਪੀਰੀਅੰਸ ਦੇ ਵਿੱਚ ਕੁਝ ਇਹੋ ਜਿਹਾ ਗਹਿਨ ਹੈ ਜਿਹਦੇ ਨਾਲ ਜਾਣਿਆ ਜਾ ਸਕਦਾ ਹੈ, ਗਿਆਨ ਹੋ ਸਕਦਾ ਹੈ ਕਿ ਨਿਰੰਕਾਰ ਕਾਦਰ ਕਿਸ ਰੂਪ ਵਿੱਚ ਸਾਡੇ ਸਾਹਮਣੇ ਵਸ ਰਿਹਾ ਹੈ। ਹਜੂਰ ਫਿਰ ਵਿਸਮਾਦ ਵਿੱਚ ਚਲੇ ਜਾਂਦੇ ਹਨ। ਇਹਨਾਂ ਦਰਸ਼ਨਾਂ ਦੇ ਵਿੱਚ ਮਹਾਰਾਜ ਨੂੰ ਇੱਕ ਵਿਸਮਾਦ ਦਿਖ ਰਿਹਾ ਹੈ, ਇੱਕ ਵਿਸਮਾਦ ਮਹਿਸੂਸ ਹੋ ਰਿਹਾ ਹੈ। ਕੇਵਲ ਗਿਆਨ ਦਾ ਮਹਿਸੂਸ ਹੋਣਾ ਨਹੀਂ ਹੈ, ਕੇਵਲ ਗਿਆਨ ਰੂਪੀ ਵਿਸਮਾਦ ਦੀ ਗੱਲ ਨਹੀਂ ਹੋ ਰਹੀ ਹੈ। ਇੱਕ ਜੜ ਮੂਲ ਵਿੱਚ ਜਾ ਕਰ ਇਕਾਗਰਤਾ ਦੇ ਵਿੱਚ, ਜਿੱਥੇ ਦੁਵੈਤ ਨਹੀਂ ਹੈ, ਸਾਹਿਬ ਉਸ ਵਿਸਮਾਦਿਤ ਅਵਸਥਾ ਦੀ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਹਨ। ਹਜੂਰ ਦੇ ਇਸ ਵਿਸਮਾਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਇਹ ਦਿਖਦਾ ਹੈ ਕਿ ਇਹ ਵਿਸਮਾਦ ਸਾਡੇ ਤੋਂ ਓਝਲ ਹੈ। ਮੈਨੂੰ ਵਿਸਮਾਦ ਨਹੀਂ ਮਹਿਸੂਸ ਹੁੰਦਾ ਹੈ। ਇਹ ਜੀਵਨ ਦੇ ਜੀਣ ਦਾ ਤਰੀਕਾ ਹੈ, ਜੀਵਨ ਦੇ ਜੀਣ ਦਾ ਅਪਰੋਚ ਹੈ, ਐਟੀਟਿਊਡ ਹੈ, ਜਿਹਦੇ ਨਾਲ ਇਹ ਫਰਕ ਹੋ ਰਿਹਾ ਹੈ। ਮੈਨੂੰ ਉਹ ਨਹੀਂ ਦਿਖ ਰਿਹਾ ਜੋ ਗੁਰੂ ਨੂੰ ਦਿਖਦਾ ਹੈ। ਮੇਰੀ ਦ੍ਰਿਸ਼ਟੀ ਸਿਰਫ ਆਕਾਰ ਨੂੰ ਦੇਖ ਰਹੀ ਹੈ, ਉਹਦੇ ਪਿੱਛੇ ਉਸ ਕਾਦਰ ਨੂੰ ਨਹੀਂ ਦੇਖ ਰਹੀ ਹੈ। ਮੇਰੀ ਦ੍ਰਿਸ਼ਟੀ ਬੜੀ ਸੀਮਤ ਹੈ ਕਿਉਂਕਿ ਮੈਂ ਦੁਵੈਤ ਵਿੱਚ ਜੀਣਾ ਹਾਂ। ਮੈਨੂੰ ਮਨ ਦੀ ਉਹ ਮਾਨਸਿਕ ਅਵਸਥਾ ਨਹੀਂ, ਉਹਦਾ ਗਿਆਨ ਨਹੀਂ ਹੈ ਜਿੱਥੇ ਮੈਂ ਨਹੀਂ ਹਾਂ, ਹਉਮੈ ਨਹੀਂ ਹੈ, ਬਿਨਾਂ ਹਉਮੈ ਦੇ ਜੋ ਜੀਵਨ ਹੈ। ਆਓ ਅੱਜ ਇਸ ਪੌੜੀ ਦੇ ਅਗਲੇ ਸ਼ਲੋਕ ਦੇ ਵਿੱਚ ਅਸੀਂ ਉਤਰੀਏ। ਕੋਈ ਵੀਰ ਭੈਣ ਇਸ ਨੂੰ ਪੜ੍ਹਦੇ, ਫਿਰ ਇਹਦੀ ਵਿਚਾਰ 'ਚ ਅਸੀਂ ਉਤਰਦੇ ਹਾਂ। ਬਹੁਤ ਧੰਨਵਾਦ। ਮਹਿਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਪੋ ਸੁਖ ਸਾਰ। ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ।
कुदरत जाति जिनसी रंगी, कुदरत जी जहान, कुदरत नेकियां, कुदरत बदियां, कुदरत मान अभिमान, कुदरत पौन पानी बैसंतर, कुदरत धरती खाक, सब तेरी कुदरत, तू कादिर करता, पाकी नाई पाक, नानक हुक्मै अंदर वेखै, वरतै ताको ताक। पौड़ी आपीनै भोग भोग कै, होए पसमण भोर सिधाया, वड्डा होआ दुनीदार, गल संगल कत चलाया, अग्गै करनी कीरत वाचियै, बै लेखा कर समझाया, गाँव नहोवी पौंदी, हुण सुनिए क्या रुआया, मन अंधै जन्म गवाया, मन अंधै जन्म गवाया। ਵਾਹਿਗੁਰੂ ਜੀ। ਧੰਨਵਾਦ ਭਾਈ ਸਾਹਿਬ। ਗੁਰੂ ਦੇ ਦਰਸ਼ਨ ਵਿੱਚ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਨਿਰੰਕਾਰ ਹੈ। ਪ੍ਰਸ਼ਨ ਉੱਠਦਾ ਹੈ, ਮਹਾਰਾਜ ਦੇ ਕੋਲ ਇਹ ਦ੍ਰਿਸ਼ਟੀ ਹੈ, ਮੇਰੇ ਕੋਲ ਨਹੀਂ ਹੈ, ਇਹਦਾ ਕਾਰਨ ਕੀ ਹੈ ਮਹਾਰਾਜ? ਮੈਨੂੰ ਗੋਬਿੰਦ ਨਹੀਂ ਦਿਖਦਾ, ਮੈਨੂੰ ਸਿਰਫ ਫਾਰਮ ਔਰ ਸ਼ੇਪ ਦਿਖਦੀ ਹੈ। ਬਾਣੀ ਵਿੱਚ ਸਾਹਿਬ ਦੱਸਦੇ ਹਨ, ਹਉਮੈ ਮਮਤਾ ਮੋਹਣੀ, ਸਭ ਮੁੱਠੀ ਹੰਕਾਰ। ਇਹ ਮਮਤਾ ਨੇ ਔਰ ਹਉਮੈ ਨੇ ਮੈਨੂੰ ਲੁੱਟ ਲਿਆ ਹੈ। ਇਸ ਹੰਕਾਰ ਨੇ ਮੇਰੀ ਦ੍ਰਿਸ਼ਟੀ, ਮੇਰੀ ਅੱਖਾਂ ਵਿੱਚ ਭੇਦ ਪਾ ਦਿੱਤਾ ਹੈ। ਮੈਨੂੰ ਮੈਂ ਦਿਖਦਾ ਹੈ ਔਰ ਮੈਂ ਦੇ ਜ਼ਰੀਏ ਹੀ ਮੈਂ ਦੁਨੀਆ ਨੂੰ ਦੇਖਦਾ ਹਾਂ। ਇਸ ਕਰਕੇ ਨਿਰੰਕਾਰ ਮੈਨੂੰ ਨਹੀਂ ਦਿਖਦਾ। ਮੈਂ ਸਿਰਫ ਉਸ ਜੀਵਨ ਨੂੰ ਜਾਣਦਾ ਹਾਂ ਜਿਹਦੇ ਵਿੱਚ ਹੰਕਾਰ ਹੀ ਆਧਾਰ ਹੈ ਜੀਵਨ ਦਾ, ਔਰ ਲੁੱਟਿਆ ਗਿਆ ਮੇਰਾ ਜੀਵਨ। ਮੇਰਾ ਇਹ ਜੀਵਨ ਬਹਿ ਗਿਆ ਸਮੇਂ ਦੇ ਅੰਦਰ, ਕਾਰਨ ਦੇ ਅੰਦਰ, ਜਗ੍ਹਾ ਔਰ ਸਥਾਨ ਦੇ ਵਿੱਚ ਹੀ ਜੀਵਨ ਖਤਮ ਹੋ ਗਿਆ। ਜਿਵੇਂ ਅਸੀਂ ਜੀਵਨ ਨੂੰ ਜਾਣਿਆ ਹੀ ਨਹੀਂ। ਇਹ ਜੀ ਤਾਂ ਲਿਆ ਹੈ, ਪਰ ਸਾਨੂੰ ਦਰਸ਼ਨ ਨਹੀਂ ਹੋਏ ਕਿ ਜੀਵਨ ਹੈ ਕੀ। ਜਿਵੇਂ ਇੱਕ ਮੌਕਾ ਹੱਥੋਂ ਗਵਾ ਲਿਆ ਹੋਏ। ਅਗਰ ਆਪ ਇਜਾਜ਼ਤ ਦਿਓ ਤੇ ਇਸ ਬਾਣੀ ਦੀ ਜਿਹੜੀ ਅਖੀਰਲੀ ਪੰਕਤੀ ਹੈ ਇਸ ਪੌੜੀ ਦੀ, ਮੈਂ ਉੱਥੋਂ ਆਰੰਭ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਹਜ਼ੂਰ ਸਾਨੂੰ ਕੁਝ ਗਿਆਨ ਦੇਣਾ ਚਾਹੁੰਦੇ ਹਨ, ਔਰ ਉਹੀ ਗਿਆਨ ਹੈ ਜਿਹੜਾ ਪਹਿਲੀ ਪੌੜੀ ਵਿੱਚ ਸਾਹਿਬ ਨੇ ਸਾਨੂੰ ਦੱਸਿਆ ਹੈ। ਮਹਾਰਾਜ ਅਖੀਰਲੀ ਪੰਕਤੀ ਵਿੱਚ ਕਹਿ ਰਹੇ ਹਨ, ਮਨ ਅੰਧੇ ਜਨਮ ਗਵਾਇਆ। ਮੈਂ ਆਪਣੇ ਮਨ ਦੇ ਅੰਨੇ ਹੋਣ ਕਰਕੇ ਜਨਮ ਗਵਾ ਲਿਆ। ਇਹ ਕਿਹੜਾ ਮਨ ਹੈ ਮਹਾਰਾਜ ਜਿਹਦੇ ਨਾਲ ਮੈਂ ਜਨਮ ਨੂੰ ਗਵਾ ਲਿਆ ਹੈ? ਇਹ ਕਿਹੜਾ ਮਨ ਹੈ ਜਿਹਦੇ ਨਾਲ ਮੈਂ ਅੰਨਾ ਹੋ ਗਿਆ ਹਾਂ, ਮੈਨੂੰ ਦਿਖਦਾ ਨਹੀਂ ਹੈ? ਆਪ ਇੱਕ ਗੱਲ ਬੜੀ ਧਿਆਨ ਨਾਲ ਸਮਝਣਾ ਕਿ ਅਸੀਂ ਦੇਖਦੇ ਕਿੱਥੋਂ ਹਾਂ। ਜੇ ਇਹਦਾ ਜਵਾਬ ਅੱਖਾਂ ਤੋਂ ਹੈ ਤਾਂ ਫਿਰ ਮੈਂ ਪੁੱਛਾਂਗਾ ਕਿ ਕਈ ਵਾਰ ਸਾਡੇ ਨਾਲ ਹੁੰਦਾ ਹੈ ਕਿ ਕੋਈ ਚੀਜ਼ ਸਾਡੇ ਸਾਹਮਣੇ ਵਰਤ ਰਹੀ ਹੁੰਦੀ ਹੈ ਔਰ ਮੈਂ ਕਹਿੰਦਾ ਮੈਂ ਤੇ ਦੇਖਿਆ ਨਹੀਂ। ਕੋਈ ਸਾਨੂੰ ਪੁੱਛਦਾ ਹੈ, ਤੂੰ ਮੈਨੂੰ ਦੇਖਿਆ ਨਹੀਂ, ਮੈਂ ਸਾਹਮਣੇੋਂ ਲੰਘ ਗਿਆ। ਤਾਂ ਮੈਂ ਕੀ ਕਹਿੰਦਾ ਹਾਂ? ਮਾਫ਼ ਕਰਨਾ, ਮੇਰਾ ਧਿਆਨ ਕਿਧਰੇ ਹੋਰ ਸੀ। ਮਨ ਦਾ ਧਿਆਨ
ਤੋਂ ਹੀ ਮਨ ਦੇ ਦਰਸ਼ਨ ਬਣਦੇ ਹਨ। ਮੈਂ ਮਨ ਦੇ ਧਿਆਨ 'ਚੋਂ ਸੁਣਦਾ ਹਾਂ, ਮਨ ਦੇ ਧਿਆਨ 'ਚੋਂ ਦੇਖਦਾ ਹਾਂ ਔਰ ਮਨ ਦੇ ਧਿਆਨ 'ਚੋਂ ਹੀ ਬੋਲਦਾ ਹਾਂ। ਇਹ ਇੰਦਰੀਆਂ ਮਨ ਕਰਕੇ ਜੀਵਨ ਵਿੱਚ ਵਰਤਦੀਆਂ ਹਨ। ਇਸ ਮਨ ਨੂੰ ਇਹ ਇੰਦਰੀਆਂ ਮਿਲੀਆਂ ਹਨ ਜਿਹਦੇ ਨਾਲ ਇਹ ਦੁਨੀਆ ਵਿੱਚ ਵਰਤਦਾ ਹੈ। ਇਹ ਇੱਕ ਪੱਖ ਹੈ ਜੀਵਨ ਦਾ। ਪਰ ਇਸ ਮਨ ਨੂੰ ਇਹਦੀ ਊਰਜਾ ਕਿੱਥੋਂ ਮਿਲਦੀ ਹੈ? ਇਸ ਮਨ ਨੂੰ ਸ਼ਕਤੀ ਔਰ ਹੋਣਾ ਕਿੱਥੋਂ ਮਿਲਦਾ ਹੈ? ਮਹਾਰਾਜ ਕਹਿ ਰਹੇ ਹਨ, ਮਨ ਅੰਧੇ ਜਨਮ ਗਵਾਇਆ। ਇਹ ਜਨਮ ਨੂੰ ਅਸੀਂ ਕੀ ਜਾਣਾਂਗੇ? ਕੁਝ ਸਮਾਂ, ਕੁਝ ਸਵਾਸ, ਕੁਝ ਸਰੀਰ। ਅਗਰ ਮੈਂ ਇਸ ਜੀਵਨ ਨੂੰ ਆਤਮਾ ਔਰ ਸਰੀਰ ਦਾ ਮਿਲਣ ਜਾਣਾ, ਜਿਹੜਾ ਕਿ ਮਨ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਡੈਫੀਨੇਸ਼ਨ ਵੀ ਇਸ ਤਰ੍ਹਾਂ ਹੀ ਦਿੱਤੀ ਹੈ ਕਿ ਮਨ ਨੂੰ ਸ਼ਕਤੀ ਮਿਲਦੀ ਹੈ। ਮਨ ਇੱਕ ਸ਼ਕਤੀ ਹੈ ਜਿਹੜਾ ਪ੍ਰਗਟ ਹੁੰਦਾ ਇੰਦਰੀਆਂ ਦੇ ਜ਼ਰੀਏ। ਇਹ ਇੱਕ ਰੂਪ ਹੈ ਮਨ ਦਾ। ਬਸ ਇਹਦੇ ਪਿੱਛੇ ਹੋਰ ਕਿਹੜਾ ਮਨ ਖੜਾ ਹੈ? ਮੈਂ ਜੀਵਨ ਦੇ ਸਰੀਰ ਤੋਂ ਤਾਂ ਜੀਵਨ ਨੂੰ ਜਾਣ ਲਿਆ, ਪਰ ਇਸ ਸਰੀਰ ਨਾਲ ਫਿਰ ਹੁੰਦਾ ਕੀ ਹੈ? ਮੈਨੂੰ ਸਰੀਰ ਮਿਲਿਆ, ਮੈਂ ਕੁਝ ਸਮਾਂ ਇਸ ਸਰੀਰ ਨੂੰ ਵਰਤ ਕੇ ਇੱਥੇ ਰਿਹਾ, ਤੇ ਫਿਰ ਮੈਂ ਕਿੱਥੇ ਗਿਆ? इस मन को कोई खोजो पाई, तन छूटे मन कहाँ समाई। किधर गया महाराज मन? इस तरह समझिए कि जिवें शरीर और आत्मा का मिलन जीवन का आरंभ है। आत्मा या मन, मन का दूसरा पक्ष आत्मा गिण लईए। एक पक्ष मन का इस शरीर नाल रिलेशन रखता है, जिहदे नाल मैं सारी दुनिया विच वरतदा हाँ। यह एक पक्ष है जीवन का, यह कंप्लीट जीवन नहीं है। पर जे मैं आत्मा नूं दूसरा पक्ष जाना, या उस मन नूं जिहड़ा मन अंतर वल है, जिहदे दर्शन मेरी सब कॉन्शियस अनकॉन्शियस तो परे किधरे छिपे हुए मन विच हन, उसनूं असीं आत्मा कह लईए। इस जीवन दे रस असीं भोगदे हां, इस नाल ही साडा जीवन चलदा है। जिवें गड्डी विच कोई पेट्रोल पा रिहा होए, इस रस नाल ही मैं जीवन विच वरतदा हां। मैनूं जिस चीज़ विच रस मिलदा है, मैं उस पासे जीवन नूं टोर दिंदा हां। पर यह रस का सोर्स की है? यह रस दरअसल है कित्थे? इहदा एक्सपीरियंस ते भोग विच सानू मिलिया है। स्वादिष्ट खाना खाधा, पर यह महसूस कित्थे होया? मन दे अंतर दी तहां विच महसूस होया। मैं जीवन दे सारे पक्षां नूं जान लिया, पर आत्मा नूं की मैं जानदा हाँ? की मैं जानदा हाँ कि की है आत्मा? चलो आत्मा नूं छड़ दईए, एक बड़ा एब्सट्रैक्ट इशू बन जाता है कि मैं उस रस नूं जानदा हाँ जिहड़ा मेरे मन दे अंदर छिपिया है। क्योंकि वो जिहड़ा रस है वो अनकंडीशनली मेरे मन विच हाजिर है, जिसनों साहिब कहते हैं विस्माद रूप विच प्रगट करते हैं इस बाणी विच। जिसनों देख के हजूर एकाग्रता विच चले जाते हैं और उस एकाग्रता विच मन दे द्वैत गिर जाता है। मन विच दो नहीं रहिंदा, एक ही रह जाता है। बस दृष्टि बदल गई कि मैं यह कह रहा हाँ कि फिर इस दृष्टि विच सानू फॉर्म और आकार नहीं दिखेगा।
ਮੈਨੂੰ ਨਹੀਂ ਲੱਗਦਾ ਮੈਂ ਉਹ ਕਹਿ ਰਿਹਾ ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਉਸ ਨੂੰ ਇਮੈਜਿਨ ਕਰ ਸਕਦੇ ਹਾਂ। ਜਿਵੇਂ ਮੈਂ ਇਮੈਜਿਨ ਕਰ ਲਿਆ, ਮੈਂ ਪਹਾੜ ਦੇਖੇ, ਵਾਦੀਆਂ ਦੇਖੀਆਂ, ਬੱਦਲ ਦੇਖੇ, ਔਰ ਫਿਰ ਸੋਚਿਆ ਇਹ ਤੇ ਕਰਤਾਰ ਇਹਦੇ ਪਿੱਛੇ ਹੈ। ਕੀ ਇਹ ਕਹਿ ਰਹੇ ਹਾਂ ਕਿ ਗੁਰੂ ਸਾਹਿਬ ਸਾਨੂੰ ਇਸ ਤਰ੍ਹਾਂ ਦੇ ਦਰਸ਼ਨਾਂ ਦੀ ਗੱਲ ਸਮਝਾ ਰਹੇ ਹਨ? ਕਿ ਮੈਂ ਸਵੇਰੇ ਉੱਠ ਕੇ ਕਿਹਾ ਇਹ ਸਭ ਨਿਰੰਕਾਰ ਹੀ ਹੈ? ਕਿ ਮਹਾਰਾਜ ਜਦੋਂ ਵਿਸਮਾਦ ਦੀ ਗੱਲ ਕਰਦੇ ਹਨ, ਕਿ ਉਸ ਵਿਸਮਾਦ ਦੀ ਗੱਲ ਇਸ ਤਰ੍ਹਾਂ ਹੋ ਸਕਦੀ ਹੈ ਕਿ ਮੈਂ ਇਹਨੂੰ ਇਮੈਜਿਨ ਕਰ ਲਵਾਂ? ਦਰਅਸਲ ਅਗਰ ਮਨ ਇਮੈਜਿਨ ਕਰ ਲਏ ਨਿਰੰਕਾਰ ਨੂੰ, ਤੇ ਫਿਰ ਮਨ ਔਰ ਮੈਂ ਔਰ ਨਿਰੰਕਾਰ ਦੇ ਵਿੱਚ ਭੇਦ ਨਹੀਂ ਰਹੇਗਾ। ਹੀ ਇਜ਼ ਨਾਟ ਇਨ ਮਾਈ ਐਬਿਲਿਟੀ ਟੂ ਅੰਡਰਸਟੈਂਡ ਔਰ ਡਿਸਾਈਫਰ ਔਰ ਐਕਸਪਲੇਨ। Creator is beyond my imagination, beyond my doing। ਤਾਂ ਮੈਂ ਫਿਰ ਕਹਿੰਦਾ ਹਾਂ ਮੈਂ ਤਾਂ ਜਾਣਦਾ ਨਹੀਂ ਨਿਰੰਕਾਰ ਕੌਣ ਹੈ। ਫਿਰ ਇੱਕ ਤੜਫਨ ਹੁੰਦੀ ਹੈ, ਮੈਂ ਹੋਰ ਕੀ ਕਰਨਾ ਹੈ ਜਿਹਦੇ ਨਾਲ ਜਾਣ ਲਵਾਂ। ਪ੍ਰਸ਼ਨ ਉੱਠਦਾ ਹੈ, ਕੀ ਕਰ ਸਕਦਾ ਹੈ? What can we do to know the Creator? Isn't that melody? एक रोग ਦੀ ਤਰ੍ਹਾਂ ਨਹੀਂ ਹੈ। ਜਿਸ ਕ੍ਰੀਏਟਰ ਨੂੰ ਮਹਾਰਾਜ ਕਹਿ ਰਹੇ ਹਨ ਕਿ ਇਸ ਸਾਰੀ ਕ੍ਰੀਏਸ਼ਨ ਦੇ ਵਿੱਚ ਉਹ ਵਸ ਰਿਹਾ ਹੈ, ਉਹ ਹਰ ਜਗ੍ਹਾ ਹੈ, ਮੇਰੇ ਅੰਦਰ ਔਰ ਬਾਹਰ ਹਰ ਜਗ੍ਹਾ ਹੈ, ਤਾਂ ਫਿਰ ਮੈਂ ਤੜਫਦਾ ਹਾਂ, ਮੈਂ ਕਿਸ ਤਰ੍ਹਾਂ ਜਾਣ ਸਕਦਾ ਹਾਂ? ਹਾਊ ਆਈ ਕੈਨ ਨੋ? ਇਹ ਪ੍ਰਸ਼ਨ ਅਗਰ ਮੇਰੇ ਕਰਨ ਦੇ ਅੰਦਰ ਹੋਏ ਤਾਂ ਇਹਦਾ ਜਵਾਬ ਹੈ, ਅਗਰ ਮੇਰੇ ਸੋਚ ਦੇ ਅੰਦਰ ਹੋਏ ਤਾਂ ਇਹਦਾ ਜਵਾਬ ਹੈ। ਪਰ ਅਗਰ ਨਿਰੰਕਾਰ ਦੇ ਦਰਸ਼ਨ ਮੇਰੀ ਮਨ ਦੇ ਬਿਯੋਂਡ ਹਨ, ਮੇਰੀ ਕੈਪੈਸਿਟੀਜ਼ ਦੇ ਬਿਯੋਂਡ ਹਨ, ਮੇਰੀ ਇਮੈਜੀਨੇਸ਼ਨ ਦੇ ਬਿਯੋਂਡ ਹੈ, ਜਿਵੇਂ ਹਜ਼ੂਰ ਦੱਸਦੇ ਹਨ ਵਿਸਮਾਦ ਦੀ ਅਵਸਥਾ, ਜਿਵੇਂ ਸਾਹਿਬ ਦੱਸਦੇ ਹਨ ਕਿ ਉਹ ਵੱਡਾ ਹੈ, ਉਹਦੀ ਵਡਿਆਈ ਦਿਖਦੀ ਹੈ ਹਰ ਜਗ੍ਹਾ, ਤਾਂ ਮੈਂ ਫਿਰ ਕਰ ਸਕਦਾ ਹਾਂ। ਪਰ ਅਗਰ ਉਹ ਮੇਰੇ ਤੋਂ ਬਿਯੋਂਡ ਹੈ ਤਾਂ ਮੈਂ ਨਹੀਂ ਕਰ ਸਕਦਾ। ਮੇਰੇ ਕਰਨ ਤੋਂ ਨਹੀਂ, ਮੇਰੇ ਸੋਚਣ ਤੋਂ ਨਹੀਂ, ਮੇਰੀ ਇਮੈਜੀਨੇਸ਼ਨ ਤੋਂ ਨਹੀਂ, ਮੇਰੇ ਐਫਰਟ ਤੋਂ ਨਹੀਂ, ਇਹ ਸਭ ਤੋਂ ਬਿਯੋਂਡ ਉਹ ਕਾਦਰ ਹੈ। ਮੇਰੇ ਹੱਥ ਪੈਰ ਮਾਰਨ ਨਾਲ ਕੁਛ ਨਹੀਂ ਹੋਣ ਵਾਲਾ। ਔਰ ਇਹੀ ਅਸੀਂ ਕਰਦੇ ਹਾਂ। ਅਸੀਂ ਸਟਰਗਲ ਕਰਦੇ ਹਾਂ, ਆਪਣੀ ਪੇਨਸ ਨੂੰ ਰਿਐਲਿਟੀ ਜਾਣ ਲੈਂਦੇ ਹਾਂ, ਆਪਣੀ ਕਨਫਿਊਜ਼ਨ ਨੂੰ ਰਿਐਲਿਟੀ ਜਾਣ ਲੈਂਦੇ ਹਾਂ, ਔਰ ਉਸ ਸਟਰਗਲ ਨੂੰ ਫਿਰ ਆਪਣੇ ਸਾਰੇ ਜੀਵਨ ਦੀ ਐਨਰਜੀ ਸੈਪ ਕਰਕੇ ਸਮਾਂ ਕੱਟ ਦਿੰਦੇ ਹਾਂ ਜੀਵਨ ਦਾ। ਇੱਥੇ ਗੁਰੂ ਦੀ ਲੋੜ ਪੈ ਜਾਂਦੀ ਹੈ। ਮਹਾਰਾਜ ਗੁਰੂ ਸਾਹਿਬ ਨੇ ਸਾਨੂੰ ਪਹਿਲੀ ਪੌੜੀ ਵਿੱਚ ਇੱਕ ਜੀਵਨ ਦਾ ਤੱਤ ਗਿਆਨ ਦਿੱਤਾ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਗੁਰੂ ਦੇ ਬਿਨਾਂ ਮੈਂ ਇਸ ਖੂਹ ਚੋਂ ਬਾਹਰ ਨਹੀਂ ਨਿਕਲ ਪਾਵਾਂਗਾ। ਕੋਈ ਰਸਤਾ ਨਹੀਂ ਹੈ ਮੇਰੇ ਕੋਲ। ਮੈਂ ਕਿਵੇਂ ਆਪਣੇ ਜੀਵਨ ਨੂੰ ਰੀਡਿਫਾਈਨ ਕਰ ਸਕਦਾ ਹਾਂ? ਗੁਰੂ ਤੋਂ ਬਿਨਾਂ ਨਹੀਂ ਗਿਆਨ ਹੋ ਸਕਦਾ। ਮੇਰੇ ਕਰਮ ਤੋਂ ਨਹੀਂ ਹੈ ਜੀਵਨ, ਮੇਰੇ ਨਾ ਕਰਨ ਤੋਂ ਹੈ, ਮੇਰੇ ਸਬਮਿਸ਼ਨ ਤੋਂ ਹੈ, ਮੇਰੀ ਨॉन डूइंग ਤੋਂ ਹੈ। ਉਸ ਮਨ ਨੂੰ ਵੇਚਣਾ ਹੈ
ਜਿਸ ਮਨ ਨੂੰ ਮੈਂ ਜਾਣਦਾ ਹਾਂ, ਜਿਸ ਮਨ ਨੂੰ ਮੈਂ ਕਰਕੇ ਮੈਂ ਜਾਣਦਾ ਹਾਂ। ਮੇਰੀ ਆਇਡੈਂਟੀਟੀ, ਮੇਰਾ ਸਾਰਾ ਕਾਰੋਬਾਰ, मेरी नौकरी, मेरे मित्र लोग, मेरी सोसाइटी, ये सब मैं तो है, ये सब हौमे तो है। और ਇਹਦੇ ਵਿੱਚ ਹੀ ਜੀਵਨ ਦਾ ਤੱਤ ਚਲਾ ਜਾਂਦਾ ਹੈ। ਹਜੂਰ ਨੇ ਗੁਰੂ ਦੀ ਇੰਪੋਰਟੈਂਸ ਮੇਰੇ ਸਾਹਮਣੇ ਪ੍ਰਗਟ ਕੀਤੀ ਹੈ। ਜਦੋਂ ਮੈਂ ਇਹ ਸੁਣਦਾ ਹਾਂ, ਫਿਰ ਮੈਂ ਭੱਜਦਾ ਹਾਂ ਕਿ ਮੈਨੂੰ ਕਿਧਰੇ ਗੁਰੂ ਮਿਲ ਜਾਏ। ਔਰ ਉਸ ਗੁਰੂ ਨੂੰ ਨਾ ਜਾਣਦਾ ਹੋਇਆ ਮੈਂ ਉਹਦੇ ਕੱਪੜਿਆਂ ਨੂੰ ਹੀ ਦੇਖਣ ਲੱਗ ਪੈਂਦਾ ਹਾਂ। ਕਿਸ ਤਰ੍ਹਾਂ ਦਾ ਗੁਰੂ ਹੋਏਗਾ? ਇਸ ਤਰ੍ਹਾਂ ਦੇ ਕੱਪੜੇ ਹੋਣਗੇ, ਇਸ ਤਰ੍ਹਾਂ ਦਾ ਫਾਰਮ ਹੋਏਗਾ, ਇਹ ਬੋਲਦਾ ਹੋਏਗਾ। ਜਦੋਂ ਮੈਂ ਇਹ ਕਰਦਾ ਹਾਂ ਤਾਂ ਫਿਰ ਮੈਂ ਉਹੀ ਗਲਤੀ ਕਰਦਾ ਹਾਂ। ਜਿਵੇਂ ਮੈਂ ਨਿਰੰਕਾਰ ਨੂੰ ਇਮੈਜਨ ਕਰ ਲੈਂਦਾ, ਇਵੇਂ ਮੈਂ ਗੁਰੂ ਨੂੰ ਵੀ ਇਮੈਜਨ ਕਰ ਰਿਹਾ ਹਾਂ। ਗੁਰੂ ਕੌਣ ਹੈ? ਗੁਰੂ ਦੇ 3 ਦਰਸ਼ਨ ਹਨ। ਇੱਕ ਤਾਂ ਗੁਰੂ ਜਿਹੜਾ ਸਾਹਿਬ ਨੇ, ਹਜੂਰ ਨੇ ਸਿੱਧ ਗੋਸ਼ ਦੇ ਵਿੱਚ ਸਾਡੇ ਸਾਹਮਣੇ ਰੱਖਿਆ ਸੀ। ਸ਼ਬਦ ਗੁਰੂ, ਨਿਰੰਕਾਰ, ਕਾਦਰ, ਕ੍ਰੀਏਟਰ, ਬਣਾਉਣ ਵਾਲਾ, ਉਹ ਸ਼ਕਤੀ ਜੋ ਹਰ ਜਗ੍ਹਾ ਹਾਜ਼ਰ ਹੈ, ਉਹ ਗੁਰੂ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਮੇਰਾ ਗੁਰੂ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਨੂੰ ਹਰ ਜਗ੍ਹਾ ਹਾਜ਼ਰ, ਨਾਮ ਨੂੰ ਹਰ ਜਗ੍ਹਾ ਹਾਜ਼ਰ, ਨਿਰੰਕਾਰ ਦੀ ਹਜ਼ੂਰੀ ਦਾ ਸੰਕੇਤ ਮਹਾਰਾਜ ਨੇ ਦਿੱਤਾ ਹੈ। ਮੈਨੂੰ ਕਰਨਾ ਕੀ ਹੈ ਮਹਾਰਾਜ? ਫਿਰ ਮਾਫ ਕਰਨਾ, ਮੈਂ ਆਪ ਹੀ ਕਹਿ ਰਿਹਾ ਹਾਂ ਕਰਨਾ। ਇਹ ਸ਼ੁਰੂ ਹੋਇਆ ਸੀ ਨਾ ਕਰਨ ਤੋਂ। ਮਨ ਨੂੰ ਘੇਰਨਾ ਹੈ, ਔਰ ਮਨ ਹੀ ਮੇਰੀ ਦੀਵਾਰ ਹੈ, ਮਨ ਹੀ ਮੇਰਾ ਰੋਗ ਹੈ। ਹੁਣ ਦਰਅਸਲ ਗੁਰੂ ਇਸ ਦਰਸ਼ਨ ਨੂੰ ਬਖਸ਼ ਸਕਦਾ ਹੈ ਮੈਨੂੰ, ਪਰ ਕਿਵੇਂ ਬਖਸ਼ੇਗਾ ਮਹਾਰਾਜ? ਮਹਾਰਾਜ ਕਹਿੰਦੇ ਹਨ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਇਹਨੂੰ ਸਮਝਣਾ ਹੈ। ਅਸੀਂ ਗੁਰੂ ਦੇ ਨਾਲ ਜਦੋਂ ਆਪਣੇ ਮਨ ਨੂੰ ਇੱਕ ਮਨ ਕਰ ਦਿੰਦੇ ਹਾਂ, ਤਾਂ ਗੁਰੂ ਦਾ ਮਨ ਜਿਹੜਾ ਹਰੀ ਨੂੰ ਮਿਲਿਆ ਹੈ, ਨਿਰੰਕਾਰ ਨੂੰ ਮਿਲਿਆ ਹੈ, ਉਹਦੇ ਨਾਲ ਸਾਨੂੰ ਮਿਲਾ ਦਿੰਦਾ ਹੈ। ਹਰਸਿਓ ਲੈਣ ਮਿਲਾਏ। 10 ਗੁਰੂਆਂ ਸਾਹਿਬਾਨ ਦੇ ਜੀਵਨ ਵਿੱਚ ਅਨੇਕਾਂ ਹੀ ਐਗਜ਼ਾਮਪਲਸ ਹਨ। ਭਾਈ ਨੰਦ ਲਾਲ ਗੋਆ ਨੂੰ ਪੜ੍ਹ ਲਈਏ, ਭਾਈ ਮੰਝ ਨੂੰ ਦੇਖ ਲਈਏ, ਬਾਬਾ ਬਿਧੀ ਚੰਦ ਨੂੰ ਦੇਖ ਲਈਏ, ਜਿਨ੍ਹਾਂ ਨੂੰ ਇਹ ਐਕਸਪੀਰੀਅੰਸ ਹੋ ਗਿਆ, ਜਿਨ੍ਹਾਂ ਨੇ ਜਾਣ ਲਿਆ ਕਿ ਜੀਵਨ ਦਾ ਤੱਤ ਕੀ ਹੈ। ਗੁਰੂ ਦੇ ਮਿਲਣ ਨਾਲ, ਅਗਰ ਭਾਈ ਮੰਝ ਦੀ ਕਥਾ ਪੂਰੀ ਤਰ੍ਹਾਂ ਵਿਚਾਰੀ ਜਾਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਗੁਰੂ ਸਾਹਿਬ ਉਹਨਾਂ ਦੇ ਮਨ ਨੂੰ ਘੇਰਨਾ ਚਾਹੁੰਦੇ ਹਨ, ਬਾਰ-ਬਾਰ ਉਹਨਾਂ ਦੀ ਲੌਜਿਕ ਨੂੰ ਚੈਲੰਜ ਕਰ ਰਹੇ ਹਨ। ਜਿਵੇਂ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ। ਗੁਰੂ ਸਾਹਿਬ ਨੇ ਮੁਰਦੇ ਖਾਣ ਤੱਕ ਦੀ ਗੱਲ ਕਰ ਦਿੱਤੀ। ਇਹ ਸਭ ਕੀ ਹੈ? ਇਹ ਲੌਜਿਕ ਦੇ ਮਾਈਂਡ ਨੂੰ ਘੇਰਨ ਦੀ ਵਿਧੀ ਹੈ, ਜਿਸ ਨੂੰ ਅਸੀਂ ਈਗੋ ਸੈਂਟਰਡ ਮਾਈਂਡ ਕਹਿੰਦੇ ਹਾਂ, ਤਾਂ ਕਿ ਮਨ ਦੀ ਜਿਹੜੀ ਦੀਵਾਰ ਹੈ ਉਹ ਗਿਰ ਜਾਏ। ਮੇਰੇ ਮਨ ਵਿੱਚ ਵੀ ਉਹ ਦੀਵਾਰ ਹੈ, ਔਰ ਉਸ ਦੀਵਾਰ ਕਰਕੇ ਹੀ ਮੈਂ ਦੇਖ ਨਹੀਂ ਪਾਉਂਦਾ ਕਿ ਕ੍ਰੀਏਸ਼ਨ ਦਰਅਸਲ ਹੈ ਕੀ। ਮੈਂ ਸਿਰਫ ਉਸ ਫਾਰਮ ਔਰ ਈਗੋ ਨੂੰ ਦੇਖਦਾ ਹਾਂ, ਸਿਰਫ ਉਸ ਮਨ ਦੇ ਨੇਚਰ ਨੂੰ ਦੇਖਦਾ ਹਾਂ ਜਿਹੜਾ ਮੇਰੀ ਸਰੀਰ ਦੇ ਨਾਲ ਰਿਲੇਸ਼ਨ ਰੱਖਦਾ ਹੈ। ਜਿਹੜਾ ਆਤਮਾ ਦੇ ਨਾਲ ਰਿਲੇਸ਼ਨ ਰੱਖਦਾ ਹੈ ਉਹਦਾ ਗਿਆਨ ਨਹੀਂ ਹੈ ਮੈਨੂੰ, ਕਿਉਂਕਿ ਮੈਂ ਆਤਮਾ ਨੂੰ ਨਹੀਂ ਜਾਣਦਾ।
ਇਹ ਸਾਰੀ ਬਾਣੀ ਦਾ ਐਕਸਪੀਰੀਅੰਸ ਜੋ ਹਜ਼ੂਰ ਸਾਡੇ ਸਾਹਮਣੇ ਪੇਸ਼ ਕਰ ਰਹੇ ਹਨ, ਇਹ ਉਸ ਦਰਸ਼ਨਾਂ ਦੀ ਗੱਲ ਹੈ ਜਿੱਥੇ ਆਤਮ ਦਾ ਰਸ ਹੈ। ਕੁਦਰਤ ਦਿਸੇ, ਕੁਦਰਤ ਸੁਣੀਏ, ਕੁਦਰਤ ਪਾਓ ਸੁਖਸਾਰ। ਇਹੀ ਕੁਦਰਤ ਤੋਂ ਡਰ ਆ ਰਿਹਾ ਹੈ, ਸੁਖ ਆ ਰਿਹਾ ਹੈ। ਕੁਦਰਤ ਪਾਤਾਲੀ ਆਕਾਸ਼ੀ ਕੁਦਰਤ, ਸਾਰੇ ਆਕਾਸ਼ ਪਤਾਲ ਜੀਵਨ ਜਿਸ ਤਰ੍ਹਾਂ ਵੀ ਅਸੀਂ ਜਾਣਦੇ ਹਾਂ, ਇਹ ਸਾਰੀ ਕੁਦਰਤ ਉਸ ਦੀ ਕ੍ਰੀਏਸ਼ਨ ਹੈ। ਅਸੀਂ ਜਾਣਦੇ ਹਾਂ ਅਨੇਕਾਂ ਹੀ ਪਾਤਾਲ ਹਨ, ਅਨੇਕਾਂ ਹੀ ਸ੍ਰਿਸ਼ਟੀਆਂ ਹਨ, ਅਨੇਕਾਂ ਹੀ ਆਕਾਸ਼ ਹਨ। ਕੁਦਰਤ ਸਰਬ ਆਕਾਰ, ਸਾਰਾ ਫਾਰਮ ਹੀ ਕੁਦਰਤ ਹੈ। ਹੁਣ ਅਸੀਂ ਦੇਖੀਏ ਇੱਥੇ ਫਾਰਮ ਗਿਰ ਜਾਂਦਾ ਹੈ। ਅਗਰ ਸਾਰਾ ਫਾਰਮ ਹੀ ਇੱਕੋ ਕੁਦਰਤ ਹੈ ਤਾਂ ਉਹ ਸਾਰਾ ਫਾਰਮ ਉੱਥੋਂ ਹੀ ਨਿਕਲ ਰਿਹਾ ਹੈ, ਇੱਕ ਤੋਂ ਨਿਕਲ ਰਿਹਾ ਹੈ, ਇੱਕ ਓਮਕਾਰ ਤੋਂ ਨਿਕਲ ਰਿਹਾ ਹੈ। ਅਸੀਂ ਉਸ ਆਕਾਰ ਨੂੰ ਦੇਖ ਰਹੇ ਹਾਂ, ਪਰ ਉਹਦੇ ਪਿੱਛੇ ਖੜਾ ਇੱਕ ਓਮਕਾਰ ਦਾ ਐਕਸਪੀਰੀਅੰਸ ਸਾਡੇ ਤੋਂ ਓਝਲ ਹੈ, ਕਿਉਂਕਿ ਮੇਰਾ ਮਨ ਔਰ ਗੁਰੂ ਦਾ ਮਨ ਅਲੱਗ ਹੈ। ਇਹਦੇ ਵਾਸਤੇ ਸਾਨੂੰ ਫੋਕਸਡ ਅਪਰੋਚ ਚਾਹੀਦੀ ਹੈ, ਕੁਝ ਡਿਸਪਲਿਨ ਵੀ ਚਾਹੀਦਾ ਹੈ। ਮੈਨੂੰ ਲੱਗਦਾ ਕੁਝ ਸਮਾਂ ਚਾਹੀਦਾ ਹੈ, ਟਾਈਮ ਆਊਟ ਫਰੋਮ ਲਾਈਫ, ਜਦ ਅਸੀਂ ਜੀਵਨ ਨੂੰ ਰੋਕ ਦਈਏ, ਇਸ ਆਈਡੈਂਟਿਟੀ ਨੂੰ ਥੋੜ੍ਹਾ ਜਿਹਾ ਸਸਪੈਂਡ ਕਰ ਦਈਏ ਔਰ ਕੁਝ ਸਮੇਂ ਲਈ ਸ਼ਾਂਤ ਹੋ ਜਾਈਏ। ਮੈਨੂੰ ਲੱਗਦਾ ਸਾਨੂੰ ਜੀਵਨ ਦੇ ਵਿੱਚ ਇੱਕ ਟਾਈਮ ਆਊਟ ਕ੍ਰੀਏਟ ਕਰਨਾ ਚਾਹੀਦਾ ਹੈ। ਮਹਾਰਾਜ ਨੇ ਸਾਨੂੰ ਨਿਤਨੇਮ ਦੀ ਹਿਦਾਇਤ ਦਿੱਤੀ ਹੈ, ਨਿਤ ਦਾ ਨੇਮ, ਡੇਲੀ ਪ੍ਰੈਕਟਿਸ। ਪਰ ਮੇਰੇ ਐਕਸਪੀਰੀਅੰਸ ਵਿੱਚ ਅੱਜ ਜਿੱਥੇ ਅਸੀਂ ਨਿਕਲ ਆਏ ਹਾਂ, ਬਹੁਤ ਹੀ ਇੰਟੈਂਸਲੀ ਇਨਵੋਲਵਡ ਜੀਵਨ ਹੈ। ਹਾਈ ਪ੍ਰੈਸ਼ਰਸ, ਸੋਸਾਇਟੀ ਦੇ ਵੀ ਪ੍ਰੈਸ਼ਰਸ, ਮੇਰੇ ਆਪਣੇ ਪ੍ਰੈਸ਼ਰਸ। ਇਹਦੇ ਚੋਂ ਪਹਿਲਾਂ ਕੁਝ ਮਨ ਦੀ ਤਿਆਰੀ ਚਾਹੀਦੀ ਹੈ, ਇੱਕ ਟਾਈਮ ਆਊਟ ਚਾਹੀਦਾ ਜੀਵਨ ਤੋਂ। ਜਦ ਅਸੀਂ ਸਭ ਕੁਝ ਰੋਕ ਦਈਏ ਕੁਝ ਸਮਾਂ ਲਈ, ਉਸ ਆਈਡੈਂਟਿਟੀ ਵਾਲੇ ਮਨ ਨੂੰ 1 ਮਿੰਟ ਲਈ ਰੋਕ ਦਈਏ, ਉਸ ਤੋਂ ਬਾਹਰ ਨਿਕਲ ਆਈਏ, ਨਾਮ ਦੇ ਵਿੱਚ ਕੁਝ ਸਮਾਂ ਲਗਾਈਏ, ਅਭਿਆਸ ਵਿੱਚ ਕੁਝ ਸਮਾਂ ਲਗਾਈਏ ਔਰ ਫਿਰ ਉਸ ਨੂੰ ਡੇਲੀ ਪ੍ਰੈਕਟਿਸ ਦੀ ਇੱਕ ਰੂਟੀਨ ਬਣਾ ਲਈਏ। ਬਿਨਾਂ ਇਹ ਕੀਤੇ ਪ੍ਰੋਗਰੈਸ ਸਪਿਰਿਚੁਅਲ ਲੈਵਲ 'ਤੇ ਬੜਾ ਮੁਸ਼ਕਿਲ ਹੈ। ਇਸ ਐਫਰਟ ਵਾਸਤੇ ਸੰਗਤ ਦੀ ਲੋੜ ਹੈ, ਗੁਰੂ ਦੀ ਲੋੜ ਹੈ, ਸ਼ਬਦ ਨਾਲ ਇਕਾਗਰਤਾ ਦੀ ਲੋੜ ਹੈ। ਸੁਰਤ ਔਰ ਸ਼ਬਦ ਦੀ ਜਿਹੜੀ ਖੇਡ ਹੈ, ਉੱਥੇ ਸੁਰਤ ਇੱਕ ਬਹੁਤ ਇੰਪੋਰਟੈਂਟ ਐਲੀਮੈਂਟ ਹੈ ਔਰ ਸੁਰਤ ਆਪਣੇ ਆਪ ਵਿੱਚ ਬਹੁਤ ਇੰਟੈਂਸਲੀ ਫੋਕਸਡ ਮਾਈਂਡ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਜਨ ਨਾਨਕ ਕੋ ਗੁਰ ਅਹਿਮਦ ਦੀਨੀ, ਜਪ ਹਰ ਭਵਜਲ ਤਰਨਾ। ਇਸ ਜਪ ਤੋਂ ਭਵਜਲ ਤਰਿਆ ਜਾ ਸਕਦਾ ਹੈ। ਇਤਨੀ ਪਾਵਰਫੁਲ ਐਕਸਪੀਰੀਅੰਸ ਇਹਦੇ ਵਿੱਚ ਛਿਪਿਆ ਹੈ, ਪਰ ਮੈਨੂੰ ਨਹੀਂ ਮਹਿਸੂਸ ਹੋ ਰਿਹਾ, ਕਿਉਂਕਿ ਮੈਂ ਇਕਾਗਰ ਮਨ ਨਾਲ ਉਤਰ ਹੀ ਨਹੀਂ ਪਾ ਰਿਹਾ। ਮੇਰਾ ਮਨ ਹੀ ਇਕਾਗਰ ਨਹੀਂ ਹੈ, always distracted है, always pressured है, always tense है, worrying mind है। ਜਿੱਥੇ ਈਗੋ ਦੀ ਹਾਜ਼ਰੀ ਹੈ, ਗੁਰੂ ਦੀ ਹਾਜ਼ਰੀ ਤਾਂ ਹੀ ਆਏਗੀ ਜਦੋਂ ਈਗੋ ਦੀ ਹਾਜ਼ਰੀ ਜਾਏਗੀ, ਵਰੀ ਜਾਏਗੀ। ਮਹਾਰਾਜ ਸਾਨੂੰ ਕੁਦਰਤ ਦੀ ਗੱਲ ਛੇੜਦੇ ਹੋਏ ਸਮਝਾ ਰਹੇ ਹਨ। ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ। ਜਿਤਨੇ ਵੀ ਨੌਲੇਜ ਗ੍ਰੰਥ ਹਨ, ਜਿਤਨੇ ਵੀ ਗ੍ਰੰਥ ਐਕਸਪੀਰੀਅੰਸਿਸ ਹੋਏ, ਸਾਰਾ ਦਾ ਸੋਰਸ ਉਹ ਕੁਦਰਤ ਹੈ, ਉਹਦੀ ਸ਼ਕਤੀ ਹੈ। ਕੁਦਰਤ ਸਰਬ ਵਿਚਾਰ, ਜਿਤਨੇ ਵਿਚਾਰ ਆ ਰਹੇ ਹਨ ਉਸ ਕੁਦਰਤ ਤੋਂ ਇੰਸਪਾਇਰਡ ਹਨ।
ਨੇਚਰ ਵਿੱਚ 10 ਮਿਲੀਅਨ ਕਲਰਸ ਸਾਇੰਸ ਨੇ ਗਿਣ ਲਏ ਹਨ। ਇਹ ਨੇਚਰ ਵਿੱਚ ਹਨ। ਅਸੀਂ ਉਹਨਾਂ ਕਲਰਸ 'ਚੋਂ ਹੀ ਕਲਰ ਚੁਣਦੇ ਹਾਂ, ਅਸੀਂ ਕਲਰ ਤਾਂ ਨਹੀਂ ਬਣਾਏ ਕੋਈ। ਇਸੇ ਤਰ੍ਹਾਂ ਆਰਟ, ਫਾਰਮ ਆਫ ਆਰਟ, ਉਹ ਵੀ ਨੇਚਰ 'ਚੋਂ ਹੀ ਆ ਰਹੀ ਹੈ, ਕੁਦਰਤ ਤੋਂ ਹੀ ਆ ਰਹੀ ਹੈ, ਉਹਦੀ ਸ਼ਕਤੀ ਤੋਂ ਹੀ ਆ ਰਹੀ ਹੈ। ਮੈਂ ਕ੍ਰੀਏਟ ਨਹੀਂ ਕਰ ਰਿਹਾ ਕੁਝ ਵੀ, ਮੈਂ ਤਾਂ ਸਿਰਫ ਕਾਪੀ ਕਰ ਸਕਦਾ ਹਾਂ ਔਰ ਉਸ 'ਤੇ ਆਪਣਾ ਲੇਬਲ ਲਗਾ ਦਿੰਦਾ ਹਾਂ ਕਿ ਇਹ ਮੇਰਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਜਿਤਨਾ ਖਾਣਾ ਪੀਣਾ ਪਹਿਨਣ, ਜਿਤਨੀ ਸੁਸਾਇਟੀ ਦੇ ਵਿੱਚ ਚੀਜ਼ਾਂ ਵਰਤੀਆਂ ਜਾ ਰਹੀਆਂ ਹਨ, ਸਭ ਉਹਦੀ ਸ਼ਕਤੀ ਕਰਕੇ, ਉਹਦੀ ਹਜ਼ੂਰੀ ਕਰਕੇ, ਉਹਦੇ ਨੇਚਰ ਕਰਕੇ ਪ੍ਰੈਜ਼ੈਂਟ ਹਨ। ਸਰਬ ਪਿਆਰ, ਪ੍ਰੇਮ, ਅਕਾਰਨ ਪ੍ਰੇਮ ਉਹਦੀ ਕੁਦਰਤ ਕਰਕੇ ਹਾਜ਼ਰ ਹੈ, ਆਤਮਾ ਦੇ ਰਸ ਵਿੱਚ ਹਾਜ਼ਰ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਇਹ ਮਹਾਰਾਜ ਜਿਹੜੇ ਵਸਤੂਆਂ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਐਕਸਪੀਰੀਅੰਸਿਸ ਦੀ ਗੱਲ ਕਰ ਰਹੇ ਹਨ, ਉਹ ਮੇਰੇ ਰੋਜ਼ਮर्रा ਦੇ ਜੀਵਨ ਦੇ ਐਕਸਪੀਰੀਅੰਸਿਸ ਹਨ। ਖਾਣਾ ਪੀਣਾ ਪਹਿਨਣਾ, ਬੋਲਣਾ ਸੁਣਨਾ, ਪ੍ਰੇਮ ਵਿੱਚ ਜਾਣਾ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਵੇਦ ਪੜ੍ਹਨੇ, ਵਿਚਾਰ ਕਰਨੀ, ਇਹ ਸਭ ਮੇਰੇ ਐਕਸਪੀਰੀਅੰਸਿਸ ਹਨ। ਪਰ ਮੈਨੂੰ ਉਹਦੇ 'ਚ ਕੁਦਰਤ ਨਹੀਂ ਦਿਖ ਰਹੀ, ਮਾਫ਼ ਕਰਨਾ, ਪਰ ਮੈਨੂੰ ਉਹਦੇ ਵਿੱਚ ਕੁਦਰਤ ਨਹੀਂ ਦਿਖ ਰਹੀ, ਮੈਨੂੰ ਸਿਰਫ ਐਕਸਪੀਰੀਅੰਸ ਦਿਖ ਰਿਹਾ ਹੈ। ਮਹਾਰਾਜ ਕਹਿ ਰਹੇ ਹਨ ਕਿ ਇਹ ਜਿਤਨੇ ਐਕਸਪੀਰੀਅੰਸਿਸ ਹਨ, ਖਾਣ ਦੇ, ਪੀਣ ਦੇ, ਪਹਿਨਣ ਦੇ, ਪ੍ਰੇਮ ਦੇ, ਇਹ ਸਭ ਦੇ ਪਿੱਛੇ ਕੁਦਰਤ ਦੀ ਸ਼ਕਤੀ ਖੜੀ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਜਿਤਨੀ ਜਾਤੀਆਂ ਹਨ, ਜਿਤਨੇ ਜੀਵਨ ਹਨ, ਜਿਤਨੇ ਜੀ ਜੰਤ ਹਨ, ਜਿਤਨੇ ਵੀ ਰੰਗ ਹਨ, ਇਹਦੇ ਪਿੱਛੇ ਉਸ ਕੁਦਰਤ ਦੀ ਸ਼ਕਤੀ ਖੜੀ ਹੈ। ਜੀਵਨ ਔਰ ਜਹਾਨ ਦੇ ਪਿੱਛੇ ਕੁਦਰਤ ਦੀ ਸ਼ਕਤੀ ਖੜੀ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਇਹ ਸਭ ਮੇਰਾ ਜੀਵਨ ਹੈ। ਨੇਕੀਆਂ ਔਰ ਬਦੀਆਂ, ਇਹਦੇ ਵਿੱਚ ਹੀ ਮੈਂ ਜੀਵਨ ਆਪਣਾ ਪੂਰਾ ਬਿਤਾ ਦਿੰਦਾ ਹਾਂ। ਨੇਕੀਆਂ ਔਰ ਬਦੀਆਂ ਵਿੱਚ, ਚੰਗੇ ਔਰ ਮਾੜੇ ਦੇ ਵਿੱਚ, ਸਕਸੈਸ ਔਰ ਫੇਲੀਅਰ ਵਿੱਚ, ਇਸ ਤਰ੍ਹਾਂ ਹੀ ਮੈਂ ਆਪਣੇ ਆਪ ਨੂੰ ਡਿਫਾਈਨ ਕਰ ਰਿਹਾ। ਪਰ ਗੁਰੂ ਕਹਿ ਰਹੇ ਹਨ ਕਿ ਜੀਵਨ ਇਸ ਤੋਂ ਪਰੇ, ਇਹਦੀ ਐਨਰਜੀ ਕੁਦਰਤ ਤੋਂ ਹੀ ਆ ਰਹੀ ਹੈ। ਕੁਦਰਤ ਮਾਨ ਅਭਿਮਾਨ, ਅਭਿਮਾਨ, ਮਾਨ ਔਰ ਅਭਿਮਾਨ ਦੋਨੋਂ ਹੀ ਕੁਦਰਤ ਤੋਂ ਆ ਰਹੇ ਹਨ। ਹੰਕਾਰ ਵੀ ਕੁਦਰਤ ਤੋਂ ਆ ਰਹੀ ਹੈ। ਮਾਨ ਜਿਹੜਾ ਦੁਨੀਆ ਮੈਨੂੰ ਦਿੰਦੀ ਹੈ, ਉਹਦੇ ਪਿੱਛੇ ਵੀ ਕੁਦਰਤ ਦੀ ਸ਼ਕਤੀ ਖੜੀ ਹੈ। ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ। ਫਿਜ਼ੀਕਲ ਲਾਈਫ, ਇਹ ਧਰਤੀ, ਇਹ ਮਿੱਟੀ, ਇਹ ਪੰਜੋਂ ਐਲੀਮੈਂਟਸ ਜਿਹਦੇ ਵਿੱਚ ਪਵਨ ਪਾਣੀ ਔਰ ਬੈਸੰਤਰ, ਫਾਇਰ, ਪਾਣੀ ਔਰ ਹਵਾ, ਕੁਦਰਤ ਧਰਤੀ ਖਾਕ, ਇਹਦੇ ਪਿੱਛੇ ਸਾਰੀ ਉਸ ਕ੍ਰੀਏਟਰ ਦੀ ਸ਼ਕਤੀ ਖੜੀ ਹੈ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਪਾਕੀ ਨਾਹੀ ਪਾਕ ਦਾ ਅਰਥ ਬਣਦਾ ਕੱਲਾ ਆਪ ਹੀ, ਕੋਈ ਹੋਰ ਨਹੀਂ। ਕੋਈ ਏਜੰਸੀਆਂ ਨਹੀਂ ਲੱਗੀਆਂ ਇਹਦੇ ਨਾਲ, ਕੋਈ ਏਜੰਟਸ ਨਹੀਂ ਹਨ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ। ਹੁਣ ਉਸ ਕਾਦਰ 'ਤੇ ਮਹਾਰਾਜ ਦੀ ਸ਼ਕਤੀ, ਮਹਾਰਾਜ ਦਾ ਨਿਸ਼ਾਨਾ ਸਾਡੇ 'ਤੇ ਆ ਗਿਆ ਹੈ। ਕਾਦਰ 'ਤੇ ਗੱਲ ਹਜ਼ੂਰ ਨੇ ਸਾਡੇ ਸਾਹਮਣੇ ਪੇਸ਼ ਕੀਤੀ ਹੈ ਕਿ ਇਹ ਜਿਹੜੀ ਸਾਰੀ ਕ੍ਰੀਏਸ਼ਨ ਹੈ, ਇਹਦੇ ਪਿੱਛੇ ਕਾਦਰ ਹੈ, ਇਹਨੂੰ ਬਣਾਉਣ ਵਾਲਾ ਹੈ, ਜਿਸ ਨੂੰ ਸਾਹਿਬ ਨੇ ਇੱਕ ਓਮਕਾਰ ਕਿਹਾ ਹੈ, ਜਿਹਦੇ ਦਰਸ਼ਨਾਂ ਵਿੱਚ ਹਜ਼ੂਰ ਦਾ ਪੂਰਾ ਜੀਵਨ ਉਸ ਦਰਸ਼ਨ ਦੇ ਰੰਗ ਵਿੱਚ ਹੀ ਨਿਕਲ ਗਿਆ ਹੈ, ਉਹਦੇ ਪ੍ਰੇਮ ਵਿੱਚ ਹੀ ਨਿਕਲ ਗਿਆ ਹੈ, ਉਹਦੀ ਗੱਲ ਕਰਦੇ ਹੀ ਨਿਕਲ ਗਿਆ ਹੈ। ਜੀਵਨ ਇੱਕ ਪੱਖੋਂ ਹੈ, ਪਰ ਦੂਸਰਾ ਜੀਵਨ ਜਿਹੜਾ ਅਸਲ ਜੀਵਨ ਹੈ,
ਉਹ ਮਹਾਰਾਜ ਉਸ ਦੇ ਦਰਸ਼ਨਾਂ ਵਿੱਚ ਸਾਨੂੰ ਇਸ ਬਾਣੀ ਨੂੰ ਰਿਵੀਲ ਕਰਦੇ ਹਨ। ਜਿਵੇਂ ਸਿੱਧ ਗੋਸ਼ਟ ਵਿੱਚ ਵੀ ਦੱਸਿਆ ਹੈ, ਜਿਵੇਂ ਕਮਲ ਮੁਰਗਾਈ ਨੇ ਸਾਣੇ, ਜਿਵੇਂ ਕੋਈ ਬੱਤਖ ਪਾਣੀ ਦੇ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੈ। ਸੁਰਤ ਸ਼ਬਦ ਭਵ ਸਾਗਰ ਤਰੀਏ। ਸਾਹਿਬ ਨੇ ਜਿਸ ਗੱਲ ਤੇ ਬਾਰ-ਬਾਰ ਸਾਨੂੰ ਫੋਕਸ ਦੱਸਿਆ, ਫੋਕਸਡ ਮਾਈਂਡ ਸ਼ਬਦ ਵਿੱਚ ਰੁੱਝਿਆ ਹੋਇਆ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਜੈਸੇ ਜਲ में कमल निरालम मुरगाई ने साणे। ਇਹਦੇ ਵਿੱਚ ਰਹਿੰਦੇ ਹੋਏ ਉਸ ਕਾਦਰ ਨੂੰ ਜਾਣ ਲੈਣਾ, ਇਹ ਸੁਰਤ ਔਰ ਸ਼ਬਦ ਦੇ ਐਕਸਪੀਰੀਅੰਸ ਵਿੱਚ ਹੈ, ਔਰ ਉਸ ਸੁਰਤ ਔਰ ਸ਼ਬਦ ਦੇ ਐਕਸਪੀਰੀਅੰਸ ਵਿੱਚ ਰਿਵੀਲ ਹੁੰਦਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਨਾਨਕ ਹੁਕਮੇ ਅੰਦਰ ਵੇਖੇ, ਵਰਤੇ ਤਾਕੋ ਤਾਕ। ਉਹਦੇ ਵਿੱਚ ਹੀ ਵਰਤ ਰਿਹਾ ਹੈ ਉਹ ਆਪ, ਉਹਦੇ ਹੁਕਮ ਦੇ ਜ਼ਰੀਏ ਉਹ ਇਸ ਕ੍ਰੀਏਸ਼ਨ ਵਿੱਚ ਵਰਤਦਾ ਹੈ। ਜੋ ਉਹਦਾ ਆਰਡਰ ਹੈ, ਜੋ ਉਹਨੇ ਲਾਜ਼ ਕ੍ਰੀਏਟ ਕੀਤੇ ਹਨ, ਜੋ ਉਹਨੇ ਫਾਊਂਡੇਸ਼ਨ ਬਣਾਈ ਹੈ ਕ੍ਰੀਏਸ਼ਨ ਦੀ। ਨਾਨਕ ਹੁਕਮੇ ਅੰਦਰ ਵੇਖੇ, ਵਰਤੇ ਤਾਕੋ ਤਾਕ। ਸਭ ਸੰਭਾਲ ਰਿਹਾ ਹੈ, ਉਹਨੂੰ ਛੱਡ ਕੇ ਅਲੱਗ ਨਹੀਂ ਹੋ ਗਿਆ, ਉਹਦੇ ਅੰਦਰ ਹੀ ਵੇਖ ਰਿਹਾ ਹੈ ਸਾਰੀ ਕ੍ਰੀਏਸ਼ਨ ਨੂੰ। ਨਾਨਕ ਹੁਕਮੇ ਅੰਦਰ ਵੇਖੇ, ਇਹ ਆਪਣੇ ਹੁਕਮ ਦੇ ਰਾਹੀਂ ਸਾਰੀ ਕ੍ਰੀਏਸ਼ਨ ਦੇ ਵਿੱਚ ਆਪ ਵਸਦਾ ਹੈ ਔਰ ਉਸ ਨੂੰ ਦੇਖਦਾ ਹੈ। ਉਸ ਦਾ ਗਿਆਨ ਹੈ, ਉਸ ਦੀ ਦਰਸ਼ਨ ਵਿੱਚ ਉਹ ਹਾਜ਼ਰ ਹੈ। ਹੁਣ ਪੌੜੀ ਦੇ ਵਿੱਚ ਸਾਹਿਬ ਸਾਨੂੰ ਦੂਸਰੇ ਦਰਸ਼ਨ, ਜੋ ਮੇਰੇ ਮਨ ਦੇ ਹਾਲਾਤ ਹਨ, ਜੋ ਮੇਰੇ ਮਨ ਦੇ ਦਰਸ਼ਨ ਹਨ, ਉਹਦੀ ਗੱਲ ਚਲਾ ਰਹੇ ਹਨ। ਜਿਵੇਂ ਪਹਿਲੇ ਸਾਨੂੰ ਇਸ਼ਾਰਾ ਕੀਤਾ ਸਾਹਿਬ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਹੁਣ ਜਿਹੜਾ ਹੰਕਾਰ ਰੂਪੀ ਮਨ ਹੈ, ਉਸ ਦੇ ਕੀ ਦਰਸ਼ਨ ਹਨ? ਕੁਦਰਤ ਔਰ ਕਾਦਰ ਦੇ ਦਰਸ਼ਨ ਹਜੂਰ ਨੇ ਕਰ ਦਿੱਤੇ, ਦੱਸ ਦਿੱਤੇ। ਪੌੜੀ ਵਿੱਚ ਸਾਹਿਬ ਕਹਿ ਰਹੇ ਹਨ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਜੇ ਇਸ ਕਾਦਰ ਨੂੰ ਮੈਂ ਨਹੀਂ ਜਾਣਦਾ, ਕੁਦਰਤ ਨੂੰ ਮੈਂ ਨਹੀਂ ਜਾਣਦਾ, ਤੇ ਫਿਰ ਉਹਦਾ ਹੋਰ ਪੋਸੀਬਿਲਿਟੀ ਕੀ ਹੈ, ਹੋਰ ਆਪਸ਼ਨ ਕੀ ਹੈ? ਹਜੂਰ ਕਹਿ ਰਹੇ ਹਨ, ਆਪੀ ਨੇ ਭੋਗ ਭੋਗ ਕੇ, ਮੈਂ ਜੀਵਨ ਵਿੱਚ ਸਰੀਰ ਮਿਲਿਆ, ਸਰੀਰ ਦੇ ਭੋਗ ਭੋਗ ਕੇ ਮੈਂ ਭਸਮ ਹੋ ਗਿਆ। ਜਿਤਨਾ ਦੇਰ ਸਰੀਰ ਸੀ ਮੈਂ ਸੀ, ਜਿਸ ਦਿਨ ਸਰੀਰ ਗਿਆ ਮੈਂ ਵੀ ਭਸਮ ਗਿਆ, ਮਿੱਟੀ ਦੇ ਨਾਲ ਹੀ ਖਤਮ ਹੋ ਗਿਆ। ਆਤਮਾ ਨੂੰ ਮੈਂ ਨਹੀਂ ਜਾਣਦਾ, ਨਾ ਮੈਂ ਉਹਦੇ ਐਕਸਪੀਰੀਅੰਸ ਨੂੰ ਜਾਣਦਾ ਹਾਂ। ਫਿਰ ਸਿਧਾਇਆ, ਫਿਰ ਟੁਰ ਪਿਆ, ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਦੁਨੀਦਾਰ, ਜਿਹੜਾ ਇਨਸਾਨ ਦੁਨੀਆ ਦੇ ਵਿੱਚ ਹੀ ਰੁੱਝ ਗਿਆ, ਦੁਨੀਆ ਤੋਂ ਪਰੇ ਦਾ ਜੀਵਨ ਨੂੰ ਨਹੀਂ ਦੇਖਿਆ, ਇਸੇ ਨੂੰ ਮਾਇਆ ਕਹਿੰਦੇ ਹਨ। ਮਾਇਆ, ਜੇ ਅਸੀਂ ਆਸਾ ਦੀ ਵਾਰ ਦੀ ਐ ਪੌੜੀਆਂ ਦੇਖੀਏ ਤਾਂ ਇਹਦੇ ਵਿੱਚ ਮਾਇਆ ਇਹ ਨਹੀਂ ਹੈ ਜੋ ਅਸੀਂ ਸੋਚਦੇ ਹਾਂ, ਡਿਫਰੈਂਟ ਫਰੋਮ ਮੀ, ਕਿ ਇਹ ਸਾਰੀ ਕ੍ਰੀਏਸ਼ਨ ਨਿਰੰਕਾਰ ਨੇ ਖੜੀ ਕੀਤੀ ਹੈ ਔਰ ਇਸ ਮਾਇਆ ਦੇ ਵਿੱਚ ਮੈਂ ਉਲਝ ਗਿਆ ਹਾਂ ਤੇ ਮਾਇਆ ਨੇ ਮੈਨੂੰ ਮੋਹ ਲਿਆ ਹੈ। ਮਾਇਆ ਮੇਰੇ ਜੀਵਨ ਦੇ ਦੇਖਣ ਦਾ ਇੱਕ ਨਜ਼ਰੀਆ ਹੈ, ਜਿਹਦੇ ਵਿੱਚ ਮੈਂ ਜੀਵਨ ਨੂੰ ਸਿਰਫ ਸਰੀਰ ਜਾਣਦਾ ਹਾਂ। ਜੀਵਨ ਦੇ ਐਕਸਪੀਰੀਅੰਸ ਤੋਂ ਪਰੇ ਦੀ ਜਿਹੜੀ ਹੈਪਨਿੰਗਸ ਹਨ, ਮਨ ਦੀ ਜਿਹੜੀ ਅਵਸਥਾ ਹੈ, ਉਸ ਨੂੰ ਨਹੀਂ ਜਾਣਦਾ ਹਾਂ, ਕਾਦਰ ਨੂੰ ਨਹੀਂ ਜਾਣਦਾ ਹਾਂ।